ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ, ਬਜੂਜਨ ਕੋ ਦਾਓ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਤਬ ਆਓ ਹਮਾਰੇ ਪਾਸ। कबीर मोह मरने का चाओ है, मरूं तो हर के द्वार। मत हर पूछे कौन है, परा हमारे बार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਅੱਜ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਵਾ। ਅੱਜ ਉਹਨਾਂ ਦੇ ਸ਼ਹੀਦੀ ਬਾਰੇ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹ ਰਜੌਰੀ ਆ, ਜੰਮੂ। ਪਿਤਾ ਦਾ ਨਾਮ ਰਾਮਦੇਵ ਹੈ ਤੇ ਪੁੱਤਰ ਦਾ ਨਾਂ ਰੱਖਿਆ ਗਿਆ ਲਛਮਣ ਦਾਸ। ਜਿਹੜਾ ਪਹਿਲਾ ਨਾਮ ਉਹਨਾਂ ਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇਹ ਕਰੀਬ 4 ਸਾਲ ਛੋਟੇ ਨੇ ਉਮਰ ਦੇ ਵਿੱਚ। 10ਵੇਂ ਪਾਤਸ਼ਾਹ ਦਾ 1666 ਦਾ ਵਾ ਤੇ ਇਹਨਾਂ ਦਾ 1670 ਦਾ, ਯਾਨੀ ਕਿ 4 ਸਾਲ ਬਾਅਦਾਂ ਇਹਨਾਂ ਦਾ ਜਨਮ ਹੁੰਦਾ ਹੈ। 10ਵੇਂ ਪਾਤਸ਼ਾਹ ਤੋਂ 4 ਸਾਲ ਛੋਟੇ ਨੇ। 1670 ਵਿੱਚ ਜਨਮ ਹੁੰਦਾ ਹੈ ਤੇ 1716 ਦੇ ਵਿੱਚ ਦਿੱਲੀ ਸ਼ਹੀਦ ਹੁੰਦੇ ਨੇ। ਇਹ ਕਰੀਬ ਕੋਈ 46 ਸਾਲ ਉਮਰ ਬਣਦੀ ਹੈ। 10ਵੇਂ ਪਾਤਸ਼ਾਹ ਦੀ 42 ਸਾਲ ਸੀ ਜਦੋਂ ਸੰਸਾਰ ਤੋਂ ਤੁਰ ਗਏ ਨੇ। ਬੰਦਾ ਸਿੰਘ ਬਹਾਦਰ ਦੀ 46 ਸਾਲ ਉਮਰ ਹੈ। ਉਹਨਾਂ ਦੀ ਇੱਕ ਸਾਖੀ ਆਉਂਦੀ ਜੀਵਨ ਦੀ ਕਿ ਜਦੋਂ ਸ਼ਿਕਾਰ ਖੇਡਦੇ ਸੀ, ਰਾਜਪੂਤ ਘਰਾਣੇ ਨਾਲ ਸੰਬੰਧ ਰੱਖਦੇ, ਸ਼ਿਕਾਰ ਖੇਡਦਿਆਂ ਉਹਨਾਂ ਕੋਲ ਹਿਰਨ ਇੱਕ ਮਰ ਗਈ। ਉਸ ਦਿਨ ਤੋਂ ਉਹਨਾਂ ਨੇ ਤੀਰ ਕਮਾਨ ਛੁੱਟ ਦਿੱਤਾ ਤੇ ਵਿਰਾਗ ਹੋ ਗਿਆ। ਉਹਨਾਂ ਨੇ ਗੁਰੂ ਧਾਰਨ ਕੀਤਾ। ਫਿਰ ਉਹ ਸਾਧੂਆਂ ਦੀ ਟੋਲੀ 'ਚ ਰਲ ਗਏ, ਵਿਰਾਗੀ ਬਣ ਗਏ। ਗੁਰੂ ਦਾ ਪਹਿਲਾ ਉਹਨਾਂ ਨੇ ਗੁਰੂ ਧਾਰਨ ਕੀਤਾ, ਉਹਦਾ ਨਾਂ ਸੀ ਜਾਨਕੀ ਦਾਸ। ਤੇ ਦੂਸਰਾ ਜਿਹੜਾ ਉਹਨਾਂ ਨੇ ਗੁਰੂ ਧਾਰਨ ਕੀਤਾ, ਰਾਮ ਜੀ ਦਾਸ। ਕਿਉਂਕਿ ਜਿਸ ਮਨੋਰਥ ਨੂੰ ਲੈ ਕੇ ਲਛਮਣ ਦਾਸ ਤੁਰਿਆ ਹੈ ਤੇ ਉਹਦੇ ਗੁਰੂ ਨੇ ਉਹਦਾ ਨਾਮ ਬਦਲਤਾ, ਮਾਧੋ ਦਾਸ ਰੱਖ ਦਿੱਤਾ। ਤੇ ਉਹਨਾਂ ਦਾ ਜੋ ਜ਼ਿੰਦਗੀ ਦਾ ਨਿਸ਼ਾਨਾ ਸੀ ਉਹ ਸੱਚ ਦੀ ਪ੍ਰਾਪਤੀ ਸੀ। ਉਹ ਗੁਰੂ ਤਾਂ ਬਦਲ ਰਹੇ ਸੀ ਕਿ ਗੁਰੂ ਦੇ ਕੋਲੋਂ ਉਹਨਾਂ ਨੂੰ ਕੋਈ ਰੱਬੀ ਮਿਲਾਪ ਨਹੀਂ ਹਾਸਲ ਹੋ ਰਿਹਾ। ਫਿਰ ਉਹਨਾਂ ਨੇ ਤੀਸਰਾ ਗੁਰੂ ਧਾਰਨ ਕੀਤਾ, ਔਗੜਨਾਥ ਜੋਗੀ। ਇਹ ਇੱਧਰ ਮਹਾਰਾਸ਼ਟਰ ਦੇ ਵਿੱਚ ਰਹਿਣ ਵਾਲਾ ਸੀ। ਉਹਨੇ ਕੁਝ ਨਾ ਕੁਝ ਨੂੰ ਰਿੱਧੀਆਂ ਸਿੱਧੀਆਂ ਰੱਬੀ ਮਿਲਾਪ ਤਾਂ ਨਹੀਂ ਕਰਾਇਆ ਉਹਨੇ ਵੀ, ਕਿਉਂਕਿ ਰੱਬੀ ਮਿਲਾਪ ਤਾਂ ਕੇਵਲ ਉਹ ਗੁਰੂ ਕਰਾ ਸਕਦਾ ਹੈ ਜਿਹੜਾ ਰੱਬ ਨਾਲ ਮਿਲਿਆ ਹੋਇਆ ਵਾ।
ਤੇ ਜਿਹਦੇ ਕੋਲ ਰਿੱਧੀਆਂ ਸਿੱਧੀਆਂ ਉਹ ਰਿੱਧੀਆਂ ਸਿੱਧੀਆਂ ਦੇ ਸਕਦਾ ਹੈ। ਉਹਦੇ ਕੋਲ ਰਿੱਧੀਆਂ ਸਿੱਧੀਆਂ ਸੀ ਔਗੜਨਾਥ ਜੋਗੀ ਦੇ ਕੋਲ, ਤੇ ਇਹਨੂੰ ਰਿੱਧੀਆਂ ਸਿੱਧੀਆਂ ਦੇ ਦਿੱਤੀਆਂ ਤੇ ਇਹਦੀ ਫਿਰ ਪੂਜਾ ਹੋਣ ਲੱਗ ਪਈ ਮਾਧੋ ਦਾਸ ਬੈਰਾਗੀ ਦੀ। ਇਹ ਫਿਰ ਜਾ ਕੇ ਗੋਦਾਵਰੀ ਕੰਢੇ ਆਪਣਾ ਸਥਾਨ ਬਣਾ ਲੈਂਦਾ ਹੈ ਤੇ ਕਰਾਮਾਤੀ ਸਿੱਧ ਹੁੰਦਾ ਇਲਾਕੇ ਦਾ ਏ ਮਾਧੋ ਦਾਸ ਬੈਰਾਗੀ। 10ਵੇਂ ਪਾਤਸ਼ਾਹ ਜਦੋਂ ਇਹਦੇ ਕੋਲ ਜਾਂਦੇ ਨੇ ਤੇ ਫਿਰ ਇਹਦਾ ਚੌਥਾ ਗੁਰੂ ਜਿਹੜਾ ਉਹ 10ਵੇਂ ਪਾਤਸ਼ਾਹ ਬਣਦੇ ਨੇ। ਜਿੱਥੇ ਇਹਦੇ ਗੁਰੂ ਚਾਰ ਨੇ ਉੱਥੇ ਦੇ ਨਾਮ ਹੀ ਚਾਰ ਨੇ। ਪਹਿਲਾ ਜਿਹੜਾ ਨਾਂ ਸੀ ਉਹ ਲਛਮਣ ਦਾਸ ਸੀ, ਫਿਰ ਮਾਧੋ ਦਾਸ, ਫਿਰ ਨਰਾਇਣ ਦਾਸ, ਤੇ 10ਵੇਂ ਪਾਤਸ਼ਾਹ ਨੇ ਫਿਰ ਇਹਦਾ ਗੁਰਬਖਸ਼ ਸਿੰਘ ਬੰਦਾ ਸਿੰਘ ਬਹਾਦਰ ਰੱਖਿਆ। ਗੱਲ ਲੰਮੀ ਨਾ ਹੋਵੇ, ਜਦੋਂ 10ਵੇਂ ਪਾਤਸ਼ਾਹ ਮਿਲਦੇ ਨੇ ਪਹਿਲੀ ਵਾਰੀ ਤੇ ਪੁੱਛਦੇ ਭਾਈ ਤੂੰ ਕੌਣ ਹੈ? ਤੇ 10ਵੇਂ ਪਾਤਸ਼ਾਹ ਦੀ ਸ਼ਕਤੀ ਨੂੰ ਜਾਣ ਚੁੱਕਾ ਸੀ, ਕਿਉਂਕਿ ਉਹ ਵੀ ਸਾਧੂ ਸੀ, ਕਰਾਮਾਤੀ ਸਾਧੂ ਸੀ। ਜਦੋਂ ਉਹਨੇ ਕਰਾਮਾਤ ਦਿਖਾਈ ਪਹਿਲਾਂ 10ਵੇਂ ਪਾਤਸ਼ਾਹ ਦਾ ਮੰਜਾ ਉਲਟਾਉਣ ਵਾਸਤੇ 10ਵੇਂ ਪਾਤਸ਼ਾਹ ਨੇ ਉਹਦੇ ਨਾਲ ਤੀਰ ਲਾਤਾ, ਮੰਜਾ ਪਲਟਿਆ ਨਹੀਂ ਹੈ ਤੇ ਦੂਰ ਬੈਠਾ ਇਹ ਵੇਖ ਰਿਹਾ ਕਲਗੀਧਰ ਨੂੰ ਤੇ ਦੂਰੋਂ ਇਹ ਮੰਜਾ ਪਲਟਾਉਣਾ ਚਾਹੁੰਦਾ ਹੈ। ਇਹ ਜਦੋਂ 10ਵੇਂ ਪਾਤਸ਼ਾਹ ਉਹਦੇ ਕੋਲ ਜਾਂਦੇ ਨੇ, ਇਹ ਆਪਣੀ ਕੁਟੀਆ ਵਿੱਚ ਹੈ ਤੇ 10ਵੇਂ ਪਾਤਸ਼ਾਹ ਬਾਹਰ ਬਹਿ ਜਾਂਦੇ ਨੇ। ਉਸ ਆਖੀਆਂ ਇੱਧਰ ਉੱਧਰੋਂ ਘੜ ਘੂੜ ਕੇ ਲਾ ਦਿੱਤੀਆਂ, ਉੱਥੇ ਬੱਕਰੇ ਝੜਕਾ ਦਿੱਤੇ, ਉੱਥੇ ਉਹ ਹੋ ਗਿਆ, ਕੋਲੋਂ ਲਾਈ ਜਾਂਦੇ ਨੇ। ਇੱਕ ਮਾਧੋ ਦਾਸ ਬੈਰਾਗੀ ਹੋਵੇ, ਉਹਨੇ ਬੱਕਰੀਆਂ ਰੱਖੀਆਂ ਹੋਣ, ਬੱਕਰੇ ਰੱਖੇ ਹੋਣ, ਜਿਹਨੇ ਘਰ ਬਾਹਰ ਛੱਡਿਆ ਉਹ ਬੱਕਰੀਆਂ ਰੱਖ ਕੇ ਬੈਠਾ ਹੋਇਆ ਹੁਣ, ਕਿੱਦਾਂ ਦੀ ਗੱਲ। ਜਿਹਨੇ ਜਪ ਤਪ ਕਮਾਉਣ ਵਾਸਤੇ ਆਪਣਾ ਮਾਂ ਬਾਪ ਛੱਡਿਆ ਹੋਵੇ, ਭੈਣ ਭਰਾ ਛੱਡੇ ਹੋਣ, ਇਲਾਕਾ ਛੱਡਿਆ ਹੋਵੇ, ਤੇ ਕਈ ਥਾਂ ਤੇ ਠੋਕਰਾਂ ਖਾਧੀਆਂ ਹੋਣ, ਕਈ ਗੁਰੂ ਧਾਰਨ ਕੀਤੇ ਹੋਣ, ਤੇ ਉਹ ਬੱਕਰੀਆਂ ਰੱਖ ਕੇ ਬੈਠਾ ਸੀ, ਉੱਥੇ ਬੱਕਰੇ ਰੱਖ ਕੇ ਬੈਠਾ ਸੀ। ਕਿੱਦਾਂ ਦੀਆਂ ਗੱਲਾਂ ਕਰਦੇ ਨੇ ਲੋਕ। 10ਵੇਂ ਪਾਤਸ਼ਾਹ ਜਾਂਦੇ ਨੇ, ਉਹ ਕੁਟੀਆ 'ਚ ਬੈਠਾ ਤੇ 10ਵੇਂ ਪਾਤਸ਼ਾਹ ਬਾਹਰ ਇੱਕ ਪਲੰਘਾ ਮੰਜਾ ਉੱਤੇ ਬਹਿ ਜਾਂਦੇ ਨੇ। ਉਹ ਕੁਟੀਆ 'ਚੋਂ ਵੇਖ ਲੈਂਦਾ ਵੀ ਕੋਈ ਆਇਆ ਹੈ, ਤੇ ਜਿਹੜਾ ਆਇਆ ਬੰਦਾ ਵੀ ਆਮ ਨਹੀਂ ਹੈ, ਖਾਸ ਵਾ ਕੋਈ। ਉੱਥੋਂ ਆਪਣਾ ਮੰਤਰ ਪੜ੍ਹਦਾ ਹੈ, ਕੁਟੀਆ 'ਚ ਬੈਠਾ ਹੋਇਆ। ਨਹੀਂ ਚੱਲਿਆ, ਉਹਨੇ ਆਖਿਆ ਵੀ ਕੋਈ ਮੇਰੇ ਤੋਂ ਉੱਪਰ ਵਾਲਾ ਬੰਦਾ ਹੈ। ਜਦੋਂ 10ਵੇਂ ਪਾਤਸ਼ਾਹ ਦੇ ਸਾਹਮਣੇ ਬਹਿੰਦਾ ਆਣ ਕੇ, 10ਵੇਂ ਪਾਤਸ਼ਾਹ ਉੱਥੇ ਹੀ ਤਖਤ ਉੱਤੇ ਬੈਠੇ ਹੋਏ ਨੇ, ਮੰਜੇ 'ਤੇ ਹੀ ਬੈਠੇ ਹੋਏ ਨੇ। ਇਹ ਪੁੰਜੇ ਬਹਿ ਗਿਆ ਉਹਦੇ 10ਵੇਂ ਪਾਤਸ਼ਾਹ ਦੇ ਸਾਹਮਣੇ। ਇਹ ਪਹਿਲੀ ਵਾਰੀ ਹੋਇਆ ਕਿ ਕਰਾਮਾਤੀ ਸਾਧੂ ਜਿੱਥੇ ਆਪ ਮੰਜਿਆਂ 'ਤੇ ਤਖਤਾਂ 'ਤੇ ਬੈਠਾ ਸੀ, ਲੋਕ ਥੱਲੇ ਬਹਿ ਕੇ ਮੱਥੇ ਟੇਕਦੇ ਸੀ, ਯਾਰ ਮਾਧੋ ਦਾਸ ਥੱਲੇ ਬੈਠਾ ਹੋਇਆ ਹੈ। ਜਦੋਂ ਇਹਨੇ 10ਵੇਂ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਕੁਝ ਨਾ ਕੁਝ ਇਹਦੇ ਮਨ ਵਿੱਚੋਂ ਹੰਕਾਰ ਦੂਰ ਹੋਇਆ ਤੇ ਦਰਸ਼ਨਾਂ ਦੇ ਫਲ ਪ੍ਰਾਪਤ ਹੋਇਆ, ਸ਼ਾਂਤੀ ਮਿਲੀ। ਸਾਹਿਬ ਪੁੱਛਦੇ ਉਹਨੂੰ, ਪਹਿਲਾਂ 10ਵੇਂ ਪਾਤਸ਼ਾਹ ਪੁੱਛਦੇ ਉਹਨੂੰ, ਮਾਫ਼ ਕਰਨਾ, ਪਹਿਲਾਂ ਪੁੱਛਦਾ ਤੁਸੀਂ ਕੌਣ ਜੇ? ਮਾਧੋ ਦਾਸ ਬੈਰਾਗੀ ਪੁੱਛਦਾ 10ਵੇਂ ਪਾਤਸ਼ਾਹ ਤੁਸੀਂ ਕੌਣ ਜੇ? 10ਵੇਂ ਪਾਤਸ਼ਾਹ ਕਹਿਣ ਲੱਗੇ ਤੂੰ ਕੌਣ ਆ ਭਾਈ? ਤੇ ਜਿਹੜੇ ਸਿਆਣੇ ਮਹਾਂਪੁਰਖ ਹੁੰਦੇ ਆ, ਆਪਣੇ ਨਾਂ ਵਿੱਚੋਂ, ਜਾਤ ਵਿੱਚੋਂ, ਇਲਾਕੇ ਵਿੱਚੋਂ ਹਉਮੈ ਪ੍ਰਗਟ ਹੁੰਦੀ ਆ, ਤੇ ਮਹਾਂਪੁਰਖ ਤਾਂ ਫਿਰ ਇੱਦਾਂ ਹੀ ਕਹਿੰਦੇ ਨੇ, ਮੈਂ ਬੰਦਾ ਬੈਖਰੀਦ। ਗੁਰੂ ਅਰਜਨ ਦੇਵ ਜੀ ਕਹਿੰਦੇ ਐ ਪਰਮੇਸ਼ਰ, ਮੈਂ ਤੇਰਾ ਮੁੱਲ ਖਰੀਦਿਆ ਹੋਇਆ ਬੰਦਾ ਵਾਂ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਮੁੱਲ ਖਰੀਦੀ ਲਾਲਾ ਗੋਲਾ। ਕਿਤੇ ਨਹੀਂ ਆਖਿਆ ਮੈਂ ਬੇਦੀਆਂ ਦੇ ਵਿੱਚੋਂ, ਮੈਂ ਮੁੱਲ ਖਰੀਦਿਆ ਲਾਲਾ ਗੋਲਾ ਵਾਂ, ਤੇ ਮੇਰਾ ਨਾਮ ਸੁਭਾਗਾ ਵਾ, ਵੱਡੇ ਭਾਗਾਂ ਵਾਲਾ ਮੈਂ। ਹਾਂਜੀ,
ਮੈਂ ਬੰਦਾ ਬੈ ਖਰੀਦ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਾਰੂ ਬਾਦਸ਼ਾਹ ਨੂੰ ਆਖਿਆ ਸੀ, ਜਿਸ ਕਾ ਤੂੰ ਬੰਦਾ ਤਿਸੀ ਕਾ ਤੂੰ ਸਵਾਰਿਆ, ਦੁਨੀਆ ਕੇ ਲਾਲਚ ਤੂੰ ਸਹਿਬ ਵਿਸਾਰਿਆ। ਵੇਸ ਤੂੰ ਬੰਦਾ ਕਿਸ ਦਾ ਹੈ? ਗੁਰੂ ਅਰਜਨ ਸਾਹਿਬ ਕਹਿੰਦੇ, ਅੱਲੋ ਅਗੰਮ ਖੁਦਾਈ ਬੰਦੇ। ਉਹ ਤੂੰ ਤੇ ਖੁਦਾ ਦਾ ਬਣਾਇਆ ਹੋਇਆ ਵਾ। ਕੁਦਰਤ ਦੇ ਸਭ ਬੰਦੇ, ਅਵਲ ਅੱਲਾ ਨੂਰ ਪਾਇਆ। ਕੁਦਰਤ ਦੇ ਸਭ ਬੰਦੇ। ਹਾਂਜੀ, ਆਪਣਾ ਕਬੀਰ ਸਾਹਿਬ ਕਹਿੰਦੇ ਨੇ, ਬੰਦੋ ਹੋਏ ਸੋ ਬੰਦਗੀ ਗਏ। ਉਸ ਨੂੰ ਬੰਦਾ ਕਹਿੰਦੇ ਜਿਹੜੇ ਬੰਦਗੀ ਕਰਦੇ ਨੇ। ਬੰਦਗੀ ਤੋਂ ਹੀ ਸ਼ਬਦ ਬੰਦਾ ਆਇਆ ਹੈ। ਬੰਦ ਗੀ ਗ੍ਰਹਿਣ ਕਰਨ ਵਾਲਾ, ਉਸ ਨੂੰ ਬੰਦਾ ਕਹਿੰਦੇ ਨੇ। ਹਾਂਜੀ, ਜਿੱਦਾਂ ਆਸਾ ਦੀ ਵਾਰ 'ਚ ਨਹੀਂ ਆਉਂਦਾ, ਬੰਦੇ ਸੇ ਉਹ ਬੰਦੇ ਨੇ, ਬਾਕੀ ਦੇ ਬੰਦੇ ਨਹੀਂ ਆ। ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਤੇ, ਨਾਮ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਬੰਦੇ ਸੇ ਕੌਣ? ਜੇ ਪਵੇ ਵਿੱਚ ਬੰਦੀ, ਜਿਹੜੀ ਗੁਰੂ ਪੀਰ ਦੀ ਮਰਜ਼ਾਦਾ ਵਿੱਚ ਆ ਗਏ, ਉਹਨੂੰ ਬੰਦਾ ਬੋਲਿਆ ਜਾਂਦਾ ਹੈ। ਦੇਖਣ ਕੋ ਦੀਦਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਜਿੱਦਾਂ ਭਾਈ ਗੁਰਦਾਸ ਜੀ ਹੋਣਾ ਲਿਖਿਆ ਕਿ ਕਰਨ ਬੰਦਗੇ ਵਿਰਲੇ ਬੰਦੇ। ਕਰਨ ਬੰਦਗੀ ਵਿਰਲੇ ਬੰਦੇ, ਕੋਈ ਵਿਰਲਾ ਹੀ ਬੰਦਗੀ ਕਰਦਾ ਹੈ। ਤੇ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਬੰਦੇ ਨੇ। ਹਾਂਜੀ, ਆਇਓ ਬੰਦਾ ਦੁਨੀ ਵਿੱਚ, ਆਇਓ ਬੰਦਾ ਦੁਨੀ ਵਿੱਚ, ਵੱਤ ਅਸੂਣੀ ਬਨ ਵੱਤ। ਛੋਟੀਆਂ ਛੋਟੀਆਂ ਆਸਾਂ ਦੇ ਵਿੱਚ, ਅਸੂਣੀ ਮਾਣੇ ਆਸ, ਬੰਦ। ਹਾਂਜੀ, ਤੂੰ ਛੋਟੀਆਂ ਛੋਟੀਆਂ ਆਸਾਂ ਦੇ ਵਿੱਚ ਇੱਥੇ ਆਣ ਕੇ ਵੱਜ ਗਿਆ। ਵੱਤ ਅਸੂਣੀ ਬੰਦ। ਹਾਂਜੀ, ਆਇਓ ਬੰਦਾ ਦੁਨੀ ਵਿੱਚ। ਹਾਂਜੀ, ਵੱਤ ਅਸੂਣੀ ਬੰਦ। ਦੇਖੋ ਬੰਦਾ ਚੱਲਿਆ, ਤੁਰ ਗਿਆ ਬੰਦਾ ਧਰਤੀ ਤੋਂ, ਚੌ ਜਾਣਿਆਂ ਦੇ ਕੰਨ। ਖੈਰ, ਇਹ ਬਾਣੀ ਵਿੱਚ ਬੰਦਾ ਸ਼ਬਦ ਬੜੀ ਵਾਰੀ ਆਉਂਦਾ ਹੈ, 5-7 ਵਾਰੀ ਆਉਂਦਾ ਹੈ। ਜਦੋਂ ਉਹਨੇ ਪੁੱਛਿਆ ਤੁਸੀਂ ਕੌਣ ਜੇ, ਦਸਵੇਂ ਪਾਤਸ਼ਾਹ ਕਹਿਣ ਲੱਗੇ ਤੂੰ ਕੌਣ ਹੈ? ਤੇ ਗੁਰੂ ਪੀਰਾਂ ਅੱਗੇ ਹਉਮੈ ਹੰਕਾਰ ਨਹੀਂ ਚੱਲਦਾ, ਹਰ ਜਿਉ ਹੰਕਾਰ ਨਾ ਪਾਵਈ। ਜਿਹਨਾਂ ਕਿਹਾ ਲੈਣਿਆ ਤੂੰ ਨਹੀਂ ਗਿਆ, ਉਹਨੇ ਕਿਹਾ ਉਹ ਜਾਂਦੇ ਜਿਨ੍ਹਾਂ ਦਾ ਕੋਈ ਹੋਏ, ਮੇਰਾ ਹੈ ਨਹੀਂ ਹੈ। ਤੇ ਇੱਥੇ ਹੁਣ ਬੰਦਗੀ ਕਰਨ ਵਾਲਾ ਉਹ ਵੀ ਬੰਦਾ ਨਹੀਂ, ਉਹ ਆਮ ਬੰਦਾ ਨਹੀਂ ਹੈ। ਉਹ ਵੈਰਾਗੀ ਆ, ਉਹ ਤੈਰਾਗੀ ਆ, ਉਹ ਹਠੀਆ ਵਾ, ਉਹ ਜੱਪੀ ਆ, ਉਹ ਕਰਾਮਾਤੀ ਆ। ਉਹ ਬੰਦਾ ਨਹੀਂ ਆ, ਉਹ ਸਿੱਧ ਵਾ। ਉਹਨੂੰ ਬੋਲਣ ਦੀ ਤਮੀਜ਼ ਆ, ਕਿਸ ਤਰ੍ਹਾਂ ਗੁਰੂ ਪੀਰ ਅੱਗੇ ਬੋਲਣਾ ਹੈ। ਜਦੋਂ ਦਸਵੇਂ ਪਾਤਸ਼ਾਹ ਨੇ ਆਖਿਆ ਤੂੰ ਕੌਣ ਹੈ, ਕਹਿਣ ਲੱਗਾ ਮੈਂ ਤੁਹਾਡਾ ਬੰਦਾ। ਨਾਂ ਨਹੀਂ ਦੱਸਿਆ ਆਪਣਾ, ਨਾਂ ਦੱਸਦਿਆਂ ਵੀ ਹਉਮੈ ਹੰਕਾਰ, ਜਾਤ ਦੱਸਦਿਆਂ ਦੀ ਹਉਮੈ ਹੰਕਾਰ ਆਉਂਦੀ ਹੈ। ਕਹਿਣ ਲੱਗਾ ਮੈਂ ਤੁਹਾਡਾ ਬੰਦਾ ਹੈ। ਖੈਰ ਅੱਗੇ ਜੋ ਹੋਇਆ ਬੜੀ ਲੰਮੀ ਚੌੜੀ ਕਹਾਣੀ ਹੈ। ਦਸਵੇਂ ਪਾਤਸ਼ਾਹ ਦੇ ਕੋਲੋਂ ਫਿਰ ਜਦੋਂ ਆਖਿਆ ਨਾ ਮੈਂ ਬੰਦਾ, ਤੇਰਾ ਬੰਦਾ, ਤੁਹਾਡਾ ਬੰਦਾ, ਦਸਵੇਂ ਪਾਤਸ਼ਾਹ ਨੇ ਫਿਰ ਉਹਨੂੰ ਆਖਿਆ ਫਿਰ ਖੰਡੇ ਦੀ ਪੌਲ ਛਕ ਜੇ ਸਾਡਾ ਬੰਦਾ ਤਾਂ ਰਹਿਣੀ ਰਹੇ ਸੋਈ ਸਿੱਖ ਮੇਰਾ। ਮੇਰਾ ਤਾਂ ਉਹੀ ਹੈ ਬੰਦਾ। ਦਸਵੇਂ ਪਾਤਸ਼ਾਹ ਆਪ ਪੰਜਾਂ ਪਿਆਰਿਆਂ 'ਚ ਲਾ ਕੇ ਕਹਿਣ ਲੱਗੇ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌਲ ਛਕੋ। ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਡੇ ਕੋਲੋਂ ਛਕਣੀ ਆ, ਮੈਂ ਤੁਹਾਡਾ ਬੰਦਾ, ਮੈਂ ਪੰਜਾਂ ਕੋਲ ਕਿਉਂ ਛਕਾਂ? ਕਹਿਣ ਲੱਗੇ ਨਹੀਂ, ਇਹ ਖੰਡੇ ਦੀ ਪੌਲ ਛਕਣ ਦੀ ਪਾਵਰ ਜਿਹੜੀ ਉਹ ਪੰਜਾਂ ਕੋਲ ਮੇਰੇ ਕੋਲ ਨਹੀਂ ਹੈ।
ਕਹਿਣ ਲੱਗੇ ਮੈਂ ਤਾਂ ਫਿਰ ਤੁਹਾਡੇ ਕੋਲ ਹੀ ਛਕਣਾ ਹੈ, ਕਿਉਂਕਿ ਬੰਦਾ ਤੁਹਾਡਾ ਹੈ। ਅੱਜ ਉਹਨੂੰ ਸਿੱਖੀ ਦੀ ਰੋਹ ਰੀਤਾਂ ਦਾ ਬਹੁਤਾ ਪਤਾ ਨਹੀਂ ਹੈ, ਤਾਂ ਹੀ ਵਾਰਤਾਲਾਪ ਕਰ ਰਿਹਾ ਹੈ। ਫਿਰ 10ਵੇਂ ਪਾਤਸ਼ਾਹ ਨੇ ਆਪ 5 ਪਿਆਰਿਆਂ 'ਚ ਲੱਗ ਕੇ ਅਤੇ ਆਪਣੇ ਹੱਥੀਂ 10ਵੇਂ ਪਾਤਸ਼ਾਹ ਨੇ ਉਹਦੇ ਮੁੱਖ ਵਿੱਚ 5 ਚੁਲੇ ਅੰਮ੍ਰਿਤ ਦੇ ਪਾਏ ਅਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਆ ਨਾਂ ਰੱਖਿਆ ਗਿਆ ਗੁਰਬਖਸ਼ਿਸ਼ ਸਿੰਘ, ਬੰਦਾ ਸਿੰਘ ਬਹਾਦਰ। ਅਸਲੀ ਨਾਂ ਉਹਦਾ ਗੁਰਬਖਸ਼ ਸਿੰਘ ਹੈ। ਇਹ ਨਾਂ ਕਿਉਂ ਬਦਲੇ ਜਾਂਦੇ ਨੇ, ਬੜਾ ਲੰਮਾ ਵਿਸ਼ਾ ਵਾ। ਜਦੋਂ ਖਰਬੂਜਾ ਅੰਦਰੋਂ ਬਦਲਦਾ ਵਾ ਨਾ, ਅਤੇ ਖਰਬੂਜਾ ਬਾਹਰੋਂ ਵੀ ਰੰਗ ਬਦਲ ਦਿੰਦਾ ਹੈ। ਜਦੋਂ ਅੰਬ ਅੰਦਰੋਂ ਰੰਗ ਬਦਲਦਾ ਹੈ, ਬਾਹਰੋਂ ਹੀ ਬਦਲ ਦਿੰਦਾ ਹੈ। ਲੰਮੀ ਚੌੜੀ ਕਹਾਣੀ ਵਿਆਖਿਆ ਹੈ। ਗੋਬਿੰਦ ਰਾਏ ਤੋਂ ਗੋਬਿੰਦ ਸਿੰਘ, ਲਹਿਣੇ ਤੋਂ ਅੰਗਦ, ਭਾਈ ਜੇਠੇ ਤੋਂ ਗੁਰੂ ਰਾਮਦਾਸ, 5 ਪਿਆਰਿਆਂ ਤੋਂ ਦਇਆ ਰਾਮ ਤੋਂ ਦਇਆ ਸਿੰਘ। ਫਿਰ 10ਵੇਂ ਪਾਤਸ਼ਾਹ ਨੇ ਉਹਨੂੰ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਥਾਪ ਕੇ, ਜੋ ਇਤਿਹਾਸ ਬੋਲਦਾ ਹੈ, ਜੋ ਇਤਿਹਾਸ ਕਹਿੰਦਾ ਹੈ, ਕਿ ਆਖਿਆ ਪੰਜਾਬ ਜਾਣਾ ਤੁਸੀਂ, ਉੱਥੇ ਬੜਾ ਬੜਾ ਜ਼ੁਲਮ ਹੋ ਰਿਹਾ ਹੈ ਅਤੇ ਜ਼ੁਲਮ ਨੂੰ ਠੱਲ ਪਾਉਣੀ ਹੈ ਤੁਸੀਂ। ਸਢੌਰਾ, ਸਰਹੰਦ ਅਤੇ ਸਮਾਣਾ, ਇੱਥੇ ਬੜੇ ਬੜੇ ਜ਼ਾਲਮ ਬੈਠੇ ਹੋਏ ਨੇ। ਸਮਾਣੇ 'ਚ ਜਲਾਦ ਬੈਠੇ ਹੋਏ ਨੇ, ਸਰਹੰਦ ਵਿੱਚ ਵੀ ਜ਼ਾਲਮ ਬੈਠਾ ਹੋਇਆ ਹੈ। ਅਤੇ ਸਢੌਰੇ ਇੱਕ ਕੁਮੈਤ ਸ਼ਾਹ ਨਾਂ ਦਾ, ਮਾਫ਼ ਕਰਨਾ, ਉੱਥੇ ਇਹ ਕੁਮੈਤ ਸ਼ਾਹ ਜਿਹੜਾ ਸੀ, ਇਹ ਪੀਰ ਸੀ ਜਿਹਦੀ ਕਬਰ ਸੀ। ਉਹਦੀ ਆਪਾਂ ਨਾ ਗੱਲ ਕਰੀਏ, ਹੁਣ ਕਹਾਣੀ ਲੰਮੀ ਹੋ ਜਾਣੀ। ਸਢੌਰੇ ਸਾਡਾ ਇੱਕ ਯਾਰ ਦੋਸਤ ਸੀ, ਪੀਰ ਬੁੱਧੂ ਸ਼ਾਹ, ਉਹਨੂੰ ਵੀ ਕਤਲ ਕੀਤਾ ਗਿਆ ਹੈ, ਸ਼ਹੀਦ ਕੀਤਾ ਗਿਆ, ਉਹਦਾ ਵੀ ਬਦਲਾ ਲੈਣਾ ਹੈ। ਫਿਰ 10ਵੇਂ ਪਾਤਸ਼ਾਹ ਕੋ ਥਾਪੜਾ ਲੈ ਕੇ, ਕਿਉਂਕਿ ਆਪਾਂ ਸ਼ਹੀਦੀ ਤੱਕ ਜਾਣਾ, ਫਿਰ ਗੱਲ ਲੰਮੀ ਹੋ ਜਾਣੀ ਹੈ। 10ਵੇਂ ਪਾਤਸ਼ਾਹ ਨੇ ਉਹਨੂੰ ਥਾਪੜਾ ਦੇ ਕੇ ਤੋਰਦਿਆਂ ਹੋਇਆ ਕਿਹਾ ਕਿ ਕਈ ਸਿੱਖੀ ਦੇ ਆਸ਼ਕਾਂ ਕਟਾਏ ਬੰਦ ਬੰਦ, ਔਰ ਰੋਪੜੋਂ ਪਾਰ ਇੱਕ ਸ਼ਹਿਰ ਵੱਸਦਾ ਸਰਹੰਦ, ਉਹਦੀ ਨੀਹਾਂ ਵਿੱਚ ਮੇਰੇ ਚਿਣ ਦਿੱਤੇ 2 ਛੋਟੇ ਫਰਜ਼ੰਦ। ਉੱਥੇ ਗੰਗੂ ਗੰਗਾ ਵਿੱਚ ਡੁੱਬਿਆ ਅਤੇ ਪਾਪ ਕਮਾਇਆ ਸੁੱਚੇ ਨੰਦ। ਉੱਥੇ ਕਾਜੀ ਫਤਵਾ ਲਾਇਆ ਕੰਧ, ਉੱਥੇ ਟੋਡਰ ਫਰਜ਼ ਨਿਭਾਇਆ। ਬੜਾ ਇੱਦਾਂ ਦੀ ਗੱਲਾਂ ਦੱਸਦੇ ਨੇ। ਉੱਥੇ ਟੋਡਰ ਫਰਜ਼ ਨਿਭਾਇਆ, ਉਹ ਗੁਰੂ ਕਾ ਨਿਕਲਿਆ ਸੱਚਾ ਫਰਜ਼ੰਦ। ਉੱਥੇ ਮਲੇਰੀਏ ਹਾਂ ਦਾ ਨਾਅਰਾ ਮਾਰਿਆ, ਜਦੋਂ ਫਤਵਾ ਲਾਇਆ ਕਾਜੀ ਕੰਧ। ਹਾਂਜੀ, ਉੱਥੇ ਗੰਗੂ ਗੰਗਾ ਵਿੱਚ ਡੁੱਬਿਆ ਅਤੇ ਪਾਪ ਕਮਾਇਆ ਸੁੱਚੇ ਨੰਦ। ਲੈ ਬਦਲਾ ਤੂੰ ਬੰਦਿਆ, ਤੂੰ ਪੈ ਪੰਜਾਬ ਦੇ ਪੰਧ। ਬੰਦਾ ਪਹੁੰਚਾ ਪੰਜਾਬ ਵਿੱਚ ਲੰਮਾ ਕਰਕੇ ਪੰਧ। ਆ ਸੂਬੇ ਨੂੰ ਮਾਰਿਆ, ਨਾਲ ਮਾਰ ਦਿੱਤਾ ਸੁੱਚਾ ਆਨੰਦ। ਉੱਥੇ ਰਣਵੇਂ ਤੇਗਾਂ ਚੱਲੀਆਂ, ਨਾਲ ਚੱਲੇ ਤੀਰ ਤਫੰਗ। ਉੱਥੇ ਧੜਾਂ ਤੋਂ ਵੱਖ ਹੋ ਕੇ ਸਿਰ ਡਿੱਗਦੇ, ਚੋਂ ਡਿੱਗਦੇ ਪੱਕੇ ਅੰਬ। ਬੰਦਾ ਕਹਿੰਦਾ ਇਹਦੀ ਇੱਟ ਨਾ ਇੱਟ ਖੜਕਾ ਦਿਓ, ਕੋਈ ਸਾਬਤ ਰਹੇ ਨਾ ਕੰਧ। ਉੱਥੇ ਕਈ ਭੈਣਾਂ ਦੇ ਵੀਰ ਮਰ ਗਏ, ਕਈ ਮਾਵਾਂ ਦੇ ਮਰ ਗਏ ਫਰਜ਼ੰਦ। ਇਹ ਫਿਰ ਥਾਪੜਾ ਦੇ ਕੇ 10ਵੇਂ ਪਾਤਸ਼ਾਹ ਨੂੰ ਤੋਰ ਦਿੰਦੇ ਨੇ, ਨਾਲ 5 ਸਿੰਘ ਦਿੰਦੇ ਨੇ, 5 ਤੀਰ ਦਿੰਦੇ ਨੇ, ਨਗਾਰਾ ਦਿੰਦੇ ਨੇ, ਨਿਸ਼ਾਨ ਦਿੰਦੇ ਨੇ। ਬੜਾ ਕੁਛ ਲਿਖਿਆ ਇਤਿਹਾਸ ਵਿੱਚ। ਰਤਨ ਸਿੰਘ ਭੰਗੂ ਜੀ ਉਹਨਾਂ ਦੇ ਬਾਰੇ ਬੜਾ ਕੁਝ ਲਿਖਿਆ ਹੋਇਆ ਵਾ। ਉਹ ਕਹਿੰਦੇ ਨੇ, ਬੰਦੇ ਕੀਨੀ ਵੱਡਕਾਰ, ਬਹੁਤ ਵੱਡਾ ਕੰਮ ਗੁਰੂ ਦਾ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ। ਛੋਟੇ ਛੋਟੇ ਕੰਮ ਤੇ ਬਥੇਰੇ ਸਿੱਖ ਗੁਰੂ ਦੇ ਕਰਦੇ ਨੇ, ਪਰ ਬੰਦੇ ਕੀਨੀ ਵੱਡ ਗੁਰਕਾਰ, ਵੱਡੀ ਕਾਰ, ਵੱਡਾ ਕੰਮ ਗੁਰੂ ਦਾ ਕਿਹਾ ਹੋਇਆ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ। ਪਰ ਅਫਸੋਸ ਇਹ ਹੈ ਕਿ ਕਹੂ ਨਾ ਕਹੀ ਨਾ ਲਿਖੀ ਵਿਸਥਾਰ। ਕਿਸੇ ਨੇ ਉਹਦੇ ਬਾਰੇ, ਰਤਨ ਸਿੰਘ ਭੰਗੂ ਜੀ ਕਹਿੰਦੇ ਕਿ ਲਿਖਿਆ ਹੀ ਨਹੀਂ ਗਾ ਜੋ ਉਹਨੇ ਕਰ ਛੱਡਿਆ। ਨਾ ਕੋਈ ਕਿਹਾ ਕਿਸੇ ਨੇ, ਨਾ ਲਿਖਿਆ, ਝੂਠੀਆਂ ਕਹਾਣੀਆਂ।
ਸੁਣਾਉਂਦੇ ਨੇ ਲੋਕੀ ਬਾਬਿਆਂ ਦੀਆਂ ਬਰਸ਼ੀਆਂ ਉੱਤੇ। ਕੋਈ ਏਡੇ ਵੱਡੇ ਸਰਦਾਰ ਦੀ, ਫੌਜ ਦੇ ਜਰਨੈਲ ਦੀ, ਜਿਹਨੇ ਏਡਾ ਵੱਡਾ ਕੰਮ ਕੀਤਾ ਹੋਵੇ, ਏਡਾ ਵੱਡਾ ਆਪਾ ਵਾਰਿਆ ਹੋਵੇ, ਆਪ ਵੀ ਸ਼ਹੀਦ ਹੋਇਆ, ਪੁੱਤਰ ਵੀ ਸ਼ਹੀਦ ਹੋਇਆ, ਘਰ ਦੀ ਵੀ ਸ਼ਹੀਦ ਹੋਈ ਹੋਵੇ, ਅਤੇ ਆ ਬੇਈਮਾਨਾਂ ਦੀਆਂ ਬਰਸ਼ੀਆਂ ਉੱਤੇ, ਬਾਬਿਆਂ ਦੀਆਂ ਬਰਸ਼ੀਆਂ ਉੱਤੇ ਝੂਠੀਆਂ ਕਹਾਣੀਆਂ ਬਾਬਿਆਂ ਦੀਆਂ ਕੋਲੋਂ ਹੀ ਸੁਣਾਈ ਜਾਂਦੇ ਨੇ। ਇਹ ਫਿਰ ਵੱਡੀ ਫੌਜ ਲੈ ਕੇ 12 ਮਈ ਅਤੇ 1610 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਟੱਕਰ ਪੈਂਦੇ ਨੇ ਦੋਵੇਂ ਤਰ੍ਹਾਂ। ਅਸਲ ਵਿੱਚ ਉੱਥੇ ਨਾ ਛੱਪੜ ਬੜੇ ਸਨ, ਉੱਚੇ ਨੀਵੇਂ ਥਾਂ ਸੀ, ਅਤੇ ਛੱਪੜ ਪੁਰਾਣੇ ਸਮੇਂ 'ਚ ਉੱਚੇ ਨੀਵੇਂ ਥਾਂ ਹੁੰਦੇ ਅਤੇ ਛੱਪੜ ਬੜੇ ਸੀ, ਪਾਣੀ ਬੜਾ ਖਲੋਂਦਾ ਸੀ ਉੱਥੇ। ਉਹਨੂੰ ਕਹਿੰਦੇ ਛੱਪੜਾਂ ਦੀ ਚਿੜੀ। ਇੱਕ ਹੁੰਦੀ ਰੁੱਖਾਂ ਦੀ ਚਿੜੀ, ਜਿੱਥੇ ਬਹੁਤੇ ਰੁੱਖ ਹੋਣ ਉਸ ਨੂੰ ਕਿਹਾ ਜਾਂਦਾ ਰੁੱਖਾਂ ਦੀ ਚਿੜੀ। ਇਹ ਛੱਪੜਾਂ ਦੀ ਚਿੜੀ, ਉੱਥੋਂ ਫਿਰ ਚੱਪੜ ਚਿੜੀ, ਅਸਲ ਹੈਗਾ ਛੱਪੜ ਚਿੜੀ। ਬੜੇ ਛੱਪੜ ਸਨ, ਬੜਾ ਪਾਣੀ ਉੱਥੇ ਜਮ੍ਹਾਂ ਹੁੰਦਾ ਸੀ। ਜਦੋਂ ਮੋਟਰਾਂ ਆਦਿਕ, ਨਲਕੇ ਆਦਿਕ ਨਹੀਂ ਇੱਦਾਂ ਦੇ ਫਿਰ ਸਾਧਨ ਹੁੰਦੇ ਸੀ, ਪਾਣੀ ਇਕੱਠਾ ਕਰ ਲਿਆ ਜਾਂਦਾ ਸੀ ਮੀਂਹਾਂ ਦਾ। ਉੱਥੇ ਛੱਪੜਾਂ ਦੀ ਚਿੜੀ ਸੀ। 12 ਮਈ 1710 ਨੂੰ, 12 ਅਤੇ 13 ਮਈ ਨੂੰ ਇਹ 2 ਦਿਨ ਗਹਿ-ਗਚ ਲੜਾਈ ਹੋਈ ਆ। ਉੱਥੇ ਸੂਬਾ ਸਰਹੰਦ ਮਾਰ ਦਿੱਤਾ ਜਾਂਦਾ ਹੈ। ਅਤੇ 14 ਮਈ 1710 ਨੂੰ ਸਰਹੰਦ ਉੱਤੇ ਕੇਸਰੀ ਨਿਸ਼ਾਨ ਸਾਹਿਬ ਗੱਡ ਕੇ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ ਜਾਂਦਾ। ਹੁਣ ਸੂਬਾ ਸਰਹੰਦ ਮਾਰ ਦਿੱਤਾ ਗਿਆ, ਉੱਥੇ ਰਾਜ ਕਾਇਮ ਕਰ ਲਿਆ ਗਿਆ, ਅਤੇ ਮੁਸਲਮਾਨੀ ਜਗਤ ਦੇ ਅੰਦਰ ਹਾਹਾਕਾਰ ਮੱਚ ਗਈ। ਕਹਿੰਦੇ ਸੂਬਾ ਸਰਹੰਦ ਨਹੀਂ ਮਾਰਿਆ, ਇਹ ਇਸਲਾਮ ਮਾਰ ਦਿੱਤਾ ਗਿਆ ਹੈ। ਧਰਮ ਦੀ ਰੰਗਤ, ਜਦੋਂ ਇਹੋ ਜਿਹੀਆਂ ਕੰਮਾਂ ਨੂੰ ਤੁਸੀਂ ਧਰਮ ਦੀ ਰੰਗਤ ਦੇ ਦੋਗੇ ਨਾ, ਲੋਕੀ ਫਿਰ ਮਰਨ ਵਾਸਤੇ ਬੜੇ ਆ ਜਾਂਦੇ ਨੇ। ਲਾਹੌਰ ਦੇ ਅੰਦਰ ਇੱਕ ਹੈਦਰੀ ਝੰਡਾ, ਹਰਿਆ ਝੰਡਾ ਗੱਡ ਦਿੱਤਾ ਗਿਆ। ਆਖਿਆ ਸੂਬਾ ਸਰਹੰਦ ਨਹੀਂ ਮਾਰਿਆ, ਇਸਲਾਮ ਮਾਰ ਦਿੱਤਾ ਗਿਆ, ਅਤੇ 12 ਲੱਖ ਬੰਦਾ ਇਕੱਠਾ ਹੋ ਗਿਆ। 10 ਦੇ ਵਿੱਚ ਰਾਜ ਕਾਇਮ ਕੀਤਾ। 11 ਅਤੇ 12 ਨੂੰ 1712 ਨੂੰ 2 ਸਾਲਾਂ ਬਾਅਦ ਸਰਹੰਦ ਉੱਤੇ ਹੱਲਾ ਬੋਲ ਦਿੱਤਾ ਗਿਆ। ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਉੱਥੋਂ ਨਿਕਲ ਜਾਂਦੇ ਨੇ। 2 ਸਾਲ ਰਾਜ ਕੀਤਾ, ਬਸ ਕੋਈ ਸਰਹੰਦ ਨਹੀਂ ਢਾਈ ਬੰਦਾ ਸਿੰਘ ਨੇ, ਕੁੱਖ ਨਹੀਂ ਕੀਤਾ। ਹਾਂ, ਸਰਹੰਦ ਢਾਈ ਆ ਉਹ ਬੰਦਾ ਸਿੰਘ ਬਹਾਦਰ ਦੇ 50 ਸਾਲ ਬਾਅਦ ਆ। 1764 ਵਿੱਚ ਸਰਹੰਦ ਢਾਈ ਹੈ, ਬੰਦਾ ਸਿੰਘ ਨੇ ਨਹੀਂ ਢਾਈ। ਇਹ ਫਿਰ ਬੰਦਾ ਸਿੰਘ ਬਹਾਦਰ ਉੱਧਰੋਂ ਹੁੰਦੇ ਹੁੰਦੇ ਜੰਮੂ ਕਸ਼ਮੀਰ ਵਾਲੇ ਇਲਾਕੇ 'ਚ ਤੁਰ ਜਾਂਦੇ ਨੇ। ਉੱਥੇ ਵਿਆਹ ਹੋ ਜਾਂਦਾ ਇਹਨਾਂ ਦਾ, ਇੱਦਾਂ ਦੀ ਵੀ ਕੋਈ ਸਾਖੀ ਘੜੀ ਜਾਂਦੀ ਹੈ। ਉੱਥੋਂ ਫਿਰ ਪੁੱਤ ਪੈਦਾ ਹੁੰਦਾ ਅਜੇ ਸਿੰਘ। ਇਹ ਫਿਰ ਜੰਮੂ ਵਾਲੇ ਇਲਾਕੇ ਤੋਂ ਇੱਧਰ ਨੂੰ ਗੁਰਦਾਸਪੁਰ ਨੂੰ ਆ ਜਾਂਦੇ ਨੇ, ਅਤੇ ਇੱਥੇ ਆਣ ਕੇ ਕਾਹਨੂੰਵਾਲ ਦੇ ਲਾਗੇ ਚਾਗੇ ਆਪਣਾ ਰਿਹਾਇਸ਼ ਕਰ ਲੈਂਦੇ ਨੇ। ਮਾਫ਼ ਕਰਨਾ, ਕਲਾਨੌਰ, ਬਟਾਲੇ ਨੂੰ ਲੁੱਟਦੇ ਨੇ ਅਤੇ ਕਲਾਨੌਰ ਦੇ ਲਾਗੇ ਆਪਣੀ ਰਿਹਾਇਸ਼ ਬਣਾਉਂਦੇ ਨੇ। ਫਿਰ ਜਦੋਂ ਸਮੇਂ ਦੀ ਹਕੂਮਤ ਨੂੰ ਪਤਾ ਲੱਗਾ ਵੀ ਬੰਦਾ ਸਿੰਘ ਬਹਾਦਰ ਕਲਾਨੌਰ ਬਟਾਲੇ ਦੇ ਲਾਗੇ ਲਾਗੇ ਬੈਠਾ ਹੋਇਆ ਵਾ ਕਿਤੇ, ਫਿਰ ਫੌਜ ਚੜ੍ਹਾਈ ਕਰਕੇ ਆਉਂਦੀ ਅਤੇ ਬੰਦਾ ਸਿੰਘ ਬਹਾਦਰ ਕਲਾਨੌਰ ਤੋਂ ਥੋੜ੍ਹਾ ਜਿਹਾ ਪਰਾਂ ਨੂੰ, ਕਲਾਨੌਰ ਸ਼ਹਿਰ ਦੇ ਅੰਦਰ ਵੀ ਬੰਦਾ ਸਿੰਘ ਬਹਾਦਰ ਦਾ ਗੁਰਦੁਆਰਾ ਹੈਗਾ ਹੈ। ਇੱਕ ਬਟਾਲੇ ਲਾਗੇ ਇੱਧਰ ਬਿਜਲੀਵਾਲ, ਉੱਥੇ ਵੀ ਉਹਨਾਂ ਦਾ ਕੁਝ ਕਿਲੇ ਦਾ ਹਿੱਸਾ ਬਣਿਆ, ਉੱਦਾਂ ਹੀ ਪਿਆ ਹੋਇਆ। ਇਹ ਫਿਰ ਕਲਾਨੌਰ ਤੋਂ ਕੋਈ 5-7 ਕਿਲੋਮੀਟਰ ਪਰਾਂ ਨੂੰ ਇੱਕ ਗੜੀ ਹੈ, ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੀ, ਧਾਰੀਵਾਲ ਦੇ ਲਾਗੇ। ਉਹਦਾ ਨਾਂ ਸੀ ਗੁਰਦਾਸ ਨੰਗਲ ਦੀ ਗੜੀ। ਗੜ੍ਹ ਵੱਡਾ ਹੁੰਦਾ, ਗੜੀ ਛੋਟੀ ਹੁੰਦੀ। ਗੜ੍ਹ ਕਿਲ੍ਹੇ ਨੂੰ ਕਹਿੰਦੇ ਨੇ, ਅਤੇ ਛੋਟਾ ਕਿਲ੍ਹਾ ਹੋਵੇ ਉਹਨੂੰ ਗੜੀ ਬੋਲਿਆ ਜਾਂਦਾ। ਜਿੱਦਾਂ ਸਾਰਾ ਗੜੀ, ਚਮਕੌਰ ਦੀ ਗੜੀ, ਗੁਰਦਾਸ ਨੰਗਲ ਦੀ ਗੜੀ। ਇਸ ਗੜੀ ਦੇ ਅੰਦਰ ਬੰਦਾ ਸਿੰਘ ਬਹਾਦਰ ਘਿਰ ਜਾਂਦੇ ਨੇ 1715 ਦੇ ਵਿੱਚ।
10 'ਚ ਰਾਜ ਕਾਇਮ ਕਰਦੇ ਨੇ, 12 'ਚ ਉੱਥੋਂ ਕੱਢ ਦਿੱਤਾ ਜਾਂਦਾ, 2-3 ਸਾਲ ਫਿਰ ਇੱਧਰ ਵਿਚਰਦੇ ਨੇ। 15 ਦੇ ਵਿੱਚ ਇਹਨਾਂ ਨੂੰ ਘੇਰਾ ਪੈ ਜਾਂਦਾ ਗੜ੍ਹੀ ਦੇ ਅੰਦਰ। ਅੱਜ ਵੀ ਉੱਥੇ ਗੁਰਦੁਆਰਾ ਹੈਗਾ, ਬਹੁਤ ਉੱਚੀ ਜਗ੍ਹਾ ਵਾ, ਆਲੇ ਦੁਆਲੇ ਉਸ ਸਮੇਂ ਉਜਾੜ ਹੀ ਉਜਾੜ ਸੀ। ਅੱਜ ਕੱਲ੍ਹ ਤਾਂ ਚਲੋ ਹੁਣ ਲੋਕਾਂ ਨੇ ਫਸਲਾਂ ਬੀਜ ਲਈਆਂ, ਉਦੋਂ ਉਜਾੜ ਹੁੰਦੀ ਸੀ। ਇੱਥੇ ਫਿਰ ਕਰੀਬ 8 ਮਹੀਨੇ ਭੁੱਖੇ ਧਿਆਏ ਸਿੰਘ ਅੰਦਰ ਬੈਠੇ ਰਹੇ। 8 ਮਹੀਨੇ ਰਹਿਣਾ ਬੜੀ ਵੱਡੀ ਮੁਸ਼ਕਿਲ। 8 ਦਿਨ ਕੱਟਣੇ ਇਹਨਾਂ ਦਿਨਾਂ ਦੇ ਵਿੱਚ, ਖਾਸ ਕਰਕੇ ਗਰਮੀਆਂ ਦੀ ਰੁੱਤਾਂ 'ਚ। ਰਤਨ ਸਿੰਘ ਭੰਗੂ ਜੀ ਹੁਣਾਂ ਨੇ ਲਿਖਿਆ ਕਿ ਅੱਧੀ ਮੌਤ ਮੁਸਾਫਰੀ, ਜਦੋਂ ਬੰਦਾ ਪੁਰਾਣੇ ਸਮੇਂ 'ਚ ਮੁਸਾਫਰੀ 'ਤੇ ਜਾਂਦਾ ਸੀ ਤੇ ਅੱਧਾ ਮਰਿਆ ਹੁੰਦਾ ਸੀ। ਕੋਈ ਰਾਹ 'ਚ ਰੋਟੀ ਨਹੀਂ, ਪਾਣੀ ਨਹੀਂ, ਜੰਗਲਾਂ 'ਚ ਲੰਘਣਾ, ਕਿੰਨੇ ਖਾ ਲੈਣਾ, ਕਿੰਨੇ ਜੰਗਲੀ ਜਾਨਵਰ ਪੈ ਜਾਣਾ, ਪਤਾ ਨਹੀਂ ਕੀ ਹੋ ਜਾਣਾ। ਤੇ ਰਤਨ ਸਿੰਘ ਭੰਗੂ ਜੀ ਕਹਿੰਦੇ ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਭੁੱਖ, ਸਿੰਘਣ ਤੇ ਦੋਂ ਪਈ, ਕਿਮ ਸੇਵੇਂ ਇਹ ਦੁੱਖ। ਸਿੰਘਾਂ ਨੂੰ ਮੁਸਾਫਰੀ ਪੈ ਗਈ, ਸਿੰਘਾਂ ਨੂੰ ਭੁੱਖ ਵੀ ਪੈ ਗਈ, ਦੋਵੇਂ ਮੌਤਾਂ ਪੈ ਗਈਆਂ। 8 ਮਹੀਨੇ ਭੁੱਖੇ ਤੇ ਆਏ। ਜਦੋਂ ਸਰੀਰ ਵੀ ਕੰਮ ਕਰਨੋਂ ਹਟ ਗਏ, ਉਦੋਂ ਫਿਰ ਮਤਾ ਪਕਾਇਆ ਗਿਆ ਵੀ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਾਵੇ। ਭੁੱਖਿਆਂ ਵੀ ਮਰਨਾ ਹੀ ਆ, ਇੱਦਾਂ ਮਰ ਜਾਂਗੇ, ਵੈਰੀ ਮਾਰ ਦੂਗਾ। ਉੱਥੇ ਫਿਰ ਜਦੋਂ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਗਿਆ, ਜਿਨ੍ਹਾਂ 'ਚ ਤੁਰਨ ਫਿਰਨ ਦੀ ਹਿੰਮਤ ਹੈਗੀ ਸੀ, ਉਹ ਫਿਰ ਗੜ੍ਹੀ ਤੋਂ ਬਾਹਰ ਨੂੰ ਜਥਾ ਬਣਾ ਕੇ ਤੁਰ ਪਏ ਨੇ। ਕੁਝ ਮਾਰ ਦਿੱਤੇ ਗਏ, ਕੁਝ ਭੱਜ ਗਏ, ਕਿਸ ਤਰ੍ਹਾਂ ਵੀ ਜੋ ਵੀ ਹੋਇਆ, ਕੋਈ ਫੜ ਲਏ ਗਏ, ਕੋਈ ਸ਼ਹੀਦ ਕਰ ਦਿੱਤੇ ਗਏ। ਅਤੇ ਜਦੋਂ ਅੰਦਰ ਜਾਂਦੇ ਨੇ, ਬੰਦਾ ਸਿੰਘ ਬਹਾਦਰ ਦੇ ਕੁਝ ਸਾਥੀ ਨਾਲ ਜ਼ਮੀਨ 'ਤੇ ਲੇਟੇ ਪਏ ਹੋਏ ਨੇ, ਸਰੀਰ ਵਿੱਚ ਕੁਛ ਨਹੀਂ ਆ, ਤੇਗਾ ਫੜਨ ਦੀ ਵੀ ਹਿੰਮਤ ਨਹੀਂ ਆ, ਖਤਮ ਹੋਏ ਪਏ ਸਰੀਰ ਭੁੱਖ ਦੇ ਕਾਰਨ। ਉੱਥੇ ਫਿਰ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਜਾਂਦਾ, ਕਿਉਂਕਿ ਹਿੰਮਤ ਨਹੀਂ ਹੈ ਤਲਵਾਰ ਫੜਨ ਦੀ, ਲੜਨਾ ਤਾਂ ਬੜੀ ਦੂਰ ਦੀ ਬਾਹਰ ਹੈ। ਕਈ ਮਹੀਨਿਆਂ ਦੇ ਭੁੱਖੇ ਬੈਠੇ ਹੋਏ ਨੇ, ਕਈ ਮਹੀਨਿਆਂ ਦੇ। ਇੱਥੋਂ ਫੜ ਕੇ ਫਿਰ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਖੜਿਆ ਜਾਂਦਾ ਹੈ, ਕਿਉਂਕਿ ਉਦੋਂ ਕਲਾ ਨੌਰ ਅਤੇ ਲਾਹੌਰ, ਇਹ ਸੂਬਾ ਫਿਰ ਲਾਹੌਰ ਹੀ ਪੈਂਦਾ ਸੀ ਨਾ, ਸਰਹੰਦ ਸੂਬਾ ਤਾਂ ਦੂਰ ਰਹਿ ਗਿਆ। ਇਹ ਲਾਹੌਰ ਸੂਬਾ ਹੀ ਆਣ ਕੇ ਇੱਥੇ ਪਿਆ ਸੀ ਬੰਦਾ ਸਿੰਘ ਬਹਾਦਰ ਨੂੰ। ਅਤੇ ਫਿਰ ਉੱਥੇ ਲਾਹੌਰ ਖੜਿਆ ਜਾਂਦਾ। ਫਿਰ ਉੱਥੋਂ ਜਲੂਸ ਦੀ ਸ਼ਕਲ ਵਿੱਚ ਬੰਦਿਆਂ ਨੂੰ ਦਿੱਲੀ ਨੂੰ ਤੋਰ ਦਿੱਤਾ ਜਾਂਦਾ, ਫਿਰ ਦਿੱਲੀ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਕੇ ਉੱਥੇ ਇਹਨਾਂ ਦਾ ਕਤਲ ਕੀਤਾ ਜਾਏਗਾ। ਕੁਝ ਹੋਰ ਵੀ ਰਾਹਾਂ 'ਚੋਂ ਫੜ ਲਏ ਗਏ। ਕਰੀਬ 700 ਬੰਦਾ ਕੋਈ ਕਹਿੰਦੇ ਨੇ, ਜਲੂਸ ਦੀ ਸ਼ਕਲ ਵਿੱਚ ਭੁੱਖਾ ਧਿਆਇਆ, ਬਸਤਰ ਫਟੇ ਹੋਏ ਨੇ, ਕਿਸੇ 'ਤੇ ਹੈ ਹੀ ਨਹੀਂ, ਕੇਵਲ ਕਸ਼ਹਿਰਾ ਹੀ ਆ। ਤੁਰੇ ਜਾਂਦੇ ਸਰਹੰਦ ਆ ਗਈ। ਲੋਕੀ ਰਾਹ 'ਚ ਮਖੌਲਾਂ ਵੀ ਕਰਦੇ ਨੇ, ਜਿਹੜੇ ਵੈਰੀ ਸਨ, ਇਸਲਾਮ ਦੇ ਕੱਟੜ ਸਨ, ਜਿਹੜੇ ਕਹਿੰਦੇ ਇਹ ਬੰਦਾ ਜਿਹੜਾ ਕਹਿੰਦਾ ਮੈਂ ਇੱਟ ਨਾਲ ਇੱਟ ਖੜਕਾ ਦੂੰਗਾ, ਅੱਜ ਇਹਨੂੰ ਇੱਟਾਂ ਵੱਜਣ ਦਈਆਂ। ਇਹ ਸਮੇਂ ਦੀ ਖੇਡ ਹੁੰਦੀ ਹੈ, ਸਮਾਂ ਬਲਵਾਨ ਹੁੰਦਾ ਹੈ। ਜਿਹੜੇ ਇੱਟ ਨਾਲ ਇੱਟ ਖੜਕਾ ਦਿੰਦੇ ਨੇ, ਕੋਈ ਸਮਾਂ ਆਉਂਦਾ ਉਹਨਾਂ ਕੋਲ ਮੁੜ ਕੇ ਇੱਟ ਵੀ ਨਹੀਂ ਚੱਲਦੀ। ਇਹ ਸਮਾਂ ਵਾ, ਇਹ ਸਾਰਿਆਂ 'ਤੇ ਆਉਂਦਾ ਹੈ। ਚੱਲਦਿਆਂ ਜਦੋਂ ਉਹ ਕਾਫਲਾ ਸਰਹੰਦ ਦੇ ਵਿੱਚੋਂ ਦੀ ਗੁਜ਼ਰਿਆ, ਸਰਹੰਦ ਵੱਡਾ ਸ਼ਹਿਰ ਹੁੰਦਾ ਸੀ, ਕਿਤੇ ਦਿੱਲੀ ਨੂੰ ਜਾਣਾ ਹੈ, ਇਹ ਜਰਨੈਲੀ ਸੜਕ ਦੇ ਉੱਤੇ ਹੈ ਸਰਹੰਦ। ਅਤੇ ਸਰਹੰਦ ਦੇ ਵਾਸੀਆਂ ਨੇ ਬੰਦਾ ਸਿੰਘ ਬਹਾਦਰ ਨੂੰ ਪਾਥੀਆਂ ਮਾਰੀਆਂ, ਢੀਮਾਂ ਮਾਰੀਆਂ, ਰੋੜੇ ਮਾਰੇ ਉਸ ਕਾਫਲੇ ਦੇ ਉੱਤੇ। ਚੱਲਦਾ ਇੱਕ ਕਾਫਲਾ ਦਿੱਲੀ ਸ਼ਹਿਰ ਵਿੱਚ ਗਿਆ, ਅਤੇ ਤਮਾਸ਼ਬੀਨ ਲੋਕਾਂ ਨੇ ਫਿਰ ਕੋਠਿਆਂ 'ਤੇ ਚੜ੍ਹ ਕੇ ਇਸ ਕਾਫਲੇ ਨੂੰ ਦੇਖਿਆ। ਅਤੇ ਸਮੇਂ ਦੇ ਬਾਦਸ਼ਾਹ ਫਰਖਸ਼ੀਅਰ ਤਖਤ ਉੱਤੇ ਬੈਠਾ ਹੋਇਆ,
ਉਹਨੂੰ ਸਾਰੀ ਦਾਸਤਾਨ ਸਾਰੀ ਕਹਾਣੀ ਦੱਸੀ ਗਈ ਵੀ ਆ ਫੜ ਕੇ ਲੈ ਆਂਦਾ ਹੈ ਜਿਹੜਾ ਕਹਿੰਦਾ ਮੈਂ ਗੁਰੂ ਦਾ ਬੰਦਾ ਹੈ, ਅਤੇ ਜਿਹੜਾ ਆਪਣੇ ਆਪ ਨੂੰ ਗੁਰੂ ਵੀ ਸਦਾਉਂਦਾ ਹੈ, ਕਿਉਂਕਿ ਜਥੇਦਾਰ ਨੂੰ ਗੁਰੂ ਦੀ ਪਦਵੀ ਹੁੰਦੀ ਹੈ, ਉਹਦੇ ਹੁਕਮ 'ਚ ਸਾਰਿਆਂ ਨੇ ਚੱਲਣਾ ਹੁੰਦਾ, ਚਾਹ ਉਹਨੂੰ ਗੁਰੂ ਵੀ ਕਹਿ ਦਿੰਦੇ ਨੇ। ਹਾਲਾਂਕਿ ਬੰਦਾ ਸਿੰਘ ਬਹਾਦਰ ਗੁਰੂ ਨਹੀਂ ਸੀ ਬਣਿਆ, ਐਵੇਂ ਝੂਠਾ ਇਲਜ਼ਾਮ ਲੋਕਾਂ ਨੇ ਲਾਤਾ ਕਿ ਉਹਨੇ ਆਪਣੇ ਆਪ ਨੂੰ ਗੁਰੂ ਸਦਾਇਆ ਸੀ। ਨਹੀਂ ਨਹੀਂ ਨਹੀਂ, ਐਡਾ ਸਿਆਣਾ ਬੰਦਾ, ਐਡਾ ਹਠੀਆ ਤਪੀਆ, ਐਡੀਆਂ ਬਖਸ਼ਾਂ ਲੈਣ ਵਾਲਾ ਕਲਗੀਧਰ ਕੋਲੋਂ ਉਹ ਗੁਰੂ ਕਿਵੇਂ ਸਦਾ ਸਕਦਾ ਆਪਣੇ ਆਪ ਨੂੰ? ਨਹੀਂ ਨਹੀਂ, ਉਹਨੇ ਬੰਦਾ ਹੀ ਖਾਲਸਾ ਬਣਾ ਦਿੱਤਾ। ਨਹੀਂ ਨਹੀਂ ਨਹੀਂ, ਉਹ ਆਣਾ ਨਹੀਂ ਸੀ ਭਾਈ, ਉਹ ਹਠੀ ਜੱਪੀ ਤਪੀ ਰਿੱਧ ਸਿੱਧੇ ਕਰਾਮਾਤਾਂ ਵਾਲਾ ਪੁੱਜਿਆ ਹੋਇਆ ਮਹਾਂਪੁਰਸ਼ ਸੀ। ਉਹਨੇ ਗੁਰੂ ਤੋਂ ਵੱਖਰਾ ਹੀ ਪੰਥ ਚਲਾ ਦਿੱਤਾ। ਨਹੀਂ ਨਹੀਂ, ਇਹ ਦੋਸ਼ ਹਮੇਸ਼ਾ ਹੀ ਜਿਹੜੇ ਕੌਮ ਦੇ ਜਰਨੈਲ ਹੁੰਦੇ ਨੇ ਉਹਨਾਂ 'ਤੇ ਦੋਸ਼ ਲੱਗਦੇ ਹੀ ਹੁੰਦੇ ਨੇ, ਤਾਂ ਕਿ ਉਹਨਾਂ ਦੀ ਉਮਤ, ਉਹਨਾਂ ਦੀ ਕੌਮ ਦੇ ਵਿੱਚ ਉਸ ਬੰਦੇ ਵਾਸਤੇ ਸਤਿਕਾਰ ਘਟਾਇਆ ਜਾਵੇ। ਉਹਨਾਂ ਨੇ ਉਹ ਪੁਆਇੰਟ ਵੇਖਣਾ ਵੀ ਇਹਦਾ ਸਤਿਕਾਰ ਕੌਮ ਵਿੱਚ ਕਿਸ ਤਰ੍ਹਾਂ ਘਟੂਗਾ। ਇਲਜ਼ਾਮ ਲਾ ਦੇ ਆਪਣੇ ਆਪ ਨੂੰ ਗੁਰੂ ਸਦਾਉਂਦਾ ਹੈ, ਅਤੇ ਜਦੋਂ ਸਿੱਖ ਨੂੰ ਪਤਾ ਲੱਗ ਜੇ ਕਿ ਫਲਾਣਾ ਬੰਦਾ ਆਪਣੇ ਆਪ ਨੂੰ ਗੁਰੂ ਸਦਾਉਂਦਾ ਹੈ, ਸਿੱਖ ਫਿਰ ਉਸ ਤੋਂ ਪਿੱਛੇ ਹਟ ਜਾਂਦਾ ਹੈ। ਹਾਂ, ਅੱਜ ਦੇ ਦੌਰ ਵਿੱਚ ਵੀ ਜਿਹੜਾ ਕੋਈ ਆਪਣੇ ਆਪ ਨੂੰ ਗੁਰੂ ਖਾਵੇਗਾ, ਗੁਰੂ ਨਾਨਕ ਦਾ ਸੱਚਾ ਸਿੱਖ ਜਿਹੜਾ ਹੋਏਗਾ, ਉਹ ਇਹਨਾਂ ਤੋਂ ਪਿੱਛੇ ਹਟ ਜਾਏਗਾ। ਉਹ ਭਾਵੇਂ ਬਿਆਸਾ ਵਾਲੇ ਹੋਣ, ਭਾਵੇਂ ਨਾਮਧਾਰੀ ਹੋਣ, ਭਾਵੇਂ ਆਸੂਤੋਸ ਹੋਵੇ, ਕੋਈ ਵੀ ਹੋਵੇ, ਜਿਹੜਾ ਗੁਰੂ ਨਾਨਕ ਨਾਲ ਪਿਆਰ ਕਰਨ ਵਾਲਾ, ਗੁਰੂ ਦਾ ਸੱਚਾ ਸੇਵਕ, ਉਹ ਇਹਨਾਂ ਤੋਂ ਪਿੱਛੇ ਹਟ ਜਾਏਗਾ। ਨਹੀਂ ਨਹੀਂ, ਮੇਰੇ ਗੁਰੂ ਦੀ ਥਾਂ 'ਤੇ ਕੇਵਲ ਗੁਰੂ ਖਲੋ ਸਕਦਾ ਹੈ, ਪਤੀ ਦੀ ਥਾਂ 'ਤੇ ਕੇਵਲ ਪਤੀ ਹੋ ਸਕਦਾ ਹੈ, ਦੂਸਰਾ ਨਹੀਂ ਹੈ। ਪਿਤਾ ਦੇ ਥਾਂ 'ਤੇ ਕੇਵਲ ਪਿਤਾ ਹੀ ਹੋ ਸਕਦਾ ਹੈ। ਗੁਰੂ ਦੀ ਥਾਂ ਕੇਵਲ ਗੁਰੂ ਕੋਈ ਹੈ। ਹਾਂ, ਗੁਰੂ ਕੋਈ ਮਾਣ ਬਖਸ਼ ਦੇਵੇ, ਇਹ ਵੱਖਰੀ ਗੱਲ ਹੈ। ਗੁਰੂ ਆਪਣੇ ਥਾਂ 'ਤੇ ਹੀ ਹੈ, ਸਿੱਖ ਨਹੀਂ ਹੋ ਸਕਦਾ ਗੁਰੂ ਦੇ ਥਾਂ 'ਤੇ। ਇਹ ਸਮੇਂ ਦੀ ਹਕੂਮਤਾਂ ਨੇ ਵੇਖਣਾ ਹੁੰਦਾ ਵੀ ਕਿਹੜਾ ਦੋਸ਼ ਲਾਉਣਾ ਹੈ। 84 ਤੋਂ ਬਾਅਦ ਜਦੋਂ ਖਾੜਕੂਵਾਦ ਚੱਲਿਆ, ਅਤੇ ਖਾੜਕੂਵਾਦ ਦਾ ਸਤਿਕਾਰ ਬੜਾ ਹੁੰਦਾ ਹੈ ਪਿੰਡਾਂ ਦੇ ਵਿੱਚ। ਇਹਨਾਂ ਨੂੰ ਦੁੱਧ ਪਿਆਉਣਾ, ਪਰੌਂਠੇ ਖਵਾਉਣੇ, ਵੀ ਗੁਰੂ ਕੇ ਸਿੱਖ ਨੇ, ਆਜ਼ਾਦੀ ਵਾਸਤੇ ਲੜ ਰਹੇ ਨੇ, ਬੜਾ ਮਾਣ ਸਨਮਾਨ ਹੁੰਦਾ ਸੀ। ਫਿਰ ਉਸੇ ਭੇਸ਼ ਵਿੱਚ ਸਰਕਾਰੀ ਬੰਦੇ ਛੱਡੇ ਗਏ। ਉਹਨਾਂ ਨੇ ਧੀਆਂ ਭੈਣਾਂ ਦੇ ਨਾਲ ਰਾਤ ਨੂੰ ਕੁਕਰਮ ਕਰਨੇ, ਡੇਰਿਆਂ 'ਚ ਜਾ ਕੇ, ਪਿੰਡਾਂ 'ਚ ਜਾ ਕੇ। ਉਹ ਫਿਰ ਗੱਲ ਚਰਚਾ ਹੋ ਗਈ ਵੀ ਇਹ ਤਾਂ ਖਾੜਕੂ ਸਿੰਘ ਇੱਦਾਂ ਦੇ ਕੰਮ ਵੀ ਕਰਨ ਲੱਗ ਪਏ ਨੇ। ਫਿਰ ਨਫ਼ਰਤ ਹੋ ਗਈ ਲੋਕਾਂ ਦੇ ਮਨਾਂ ਵਿੱਚ। ਇਹ ਹੁੰਦਾ ਸਮੇਂ ਦੀਆਂ ਚਾਲਾਂ, ਸਰਕਾਰਾਂ ਚੱਲਦੀਆਂ। ਸਹਿ ਖੈਰ, ਰੱਬ ਖੈਰ ਕਰੇ। ਇਹ ਫਿਰ ਬੰਦਾ ਸਿੰਘ ਬਹਾਦਰ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਕਿ ਆਹ ਜੇ ਉਹ ਬੰਦਾ ਜਿਹਨੇ ਸੂਬਾ ਸਰਹੰਦ ਨੂੰ ਮਾਰ ਕੇ ਆਪਣਾ ਰਾਜ ਕਾਇਮ ਕੀਤਾ, ਜਿਹਨੇ ਮੁਗਲਿਆ ਸਲਤਨਤ ਦਾ ਸਿੱਕੇ ਨੂੰ ਖ਼ਤਮ ਕਰਕੇ ਆਪਣੇ ਦਾ ਗੁਰੂ ਦੇ ਨਾਂ ਦਾ ਸਿੱਕਾ ਚਲਾਇਆ, ਆਹ ਜੇ ਬੰਦਾ ਉਹ। ਰਾਜਾ ਫਰਖਸ਼ੀਰ ਬੜਾ ਹੈਰਾਨ ਹੋਇਆ। ਉਹਨਾਂ ਆਖਿਆ ਵੀ ਬੰਦਾ ਸਿੰਘ ਦੇ ਨਾਲ ਕਿਹਾ ਵੀ ਤੂੰ ਕੀ ਚਾਹੁੰਦਾ ਹੈ? ਕਹਿਣ ਲੱਗਾ ਮੈਂ ਤਾਂ ਕੁਝ ਵੀ ਨਹੀਂ ਚਾਹੁੰਦਾ। ਨਹੀਂ, ਸਾਡੇ ਕੋਲ ਤੂੰ ਕੀ ਚਾਹੁੰਦਾ ਹੈ? ਜੇ ਤੈਨੂੰ ਅਸੀਂ, ਜੇ ਤੂੰ ਸਾਡਾ ਬਣ ਜਾਵੇਂ ਅਤੇ ਅਸੀਂ ਤੈਨੂੰ ਉਸੇ ਜਿਸ ਸਰਹੰਦ ਦਾ ਤੂੰ ਸੂਬੇਦਾਰ ਮਾਰਿਆ ਵਜੀਦ ਖਾਂ, ਜੇ ਤੂੰ ਸਾਡਾ ਬਣ ਜਾਏ ਤਾਂ ਅਸੀਂ ਉਸੇ ਸਰਹੰਦ ਦਾ ਤੈਨੂੰ ਸੂਬੇਦਾਰ ਥਾਪ ਦਿਆਂਗੇ, ਪਰ ਸਾਡਾ ਬਣ ਜਾ ਤੂੰ। ਅਤੇ ਬੇਬਾਕ ਇਹਨੇ ਕਸ਼ਟ ਸਹਾਰਦਿਆਂ ਹੋਇਆਂ, ਭੁੱਖਾਂ ਤੇ ਸਹਾਰਦਿਆਂ ਹੋਇਆਂ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਬੇਬਾਕੀ ਦੇ ਨਾਲ ਬੰਦਾ ਸਿੰਘ ਆਖਣ ਲੱਗਾ ਰਾਜੇ ਫਰਖਸ਼ੀਰ ਨੂੰ, ਹਮ ਪਾਤਸ਼ਾਹੀ ਸਤਿਗੁਰ ਦਈ। ਤੂੰ ਸੂਬੇ, ਉਹ ਇੱਕ ਛੋਟੇ ਦੀ ਖਿੱਤੇ ਦੀ ਮੈਨੂੰ ਬਾਦਸ਼ਾਹੀ ਦੇਣਾ ਚਾਹੁੰਦਾ, ਮੈਨੂੰ ਤੇ ਕਲਗੀਧਰ ਨੇ 2 ਜਹਾਨਾਂ ਦੀ ਬਾਦਸ਼ਾਹੀ ਬਖਸ਼ੀ ਹੋਈ ਹੈ। ਰਤਨ ਸਿੰਘ ਭਾਗੂ ਜੀ ਹੋਣੀ ਲਿਖਦੇ ਨੇ, ਹਮ ਪਾਤਸ਼ਾਹੀ ਸਤਿਗੁਰ ਦਈ, ਮੇਰੇ ਕੋਲ ਪਾਤਸ਼ਾਹੀ ਆ, ਮੇਰੇ ਗੁਰੂ ਗੋਬਿੰਦ ਸਿੰਘ ਨੇ ਬਖਸ਼ੀ ਹੋਈ ਮੈਨੂੰ ਪਾਤਸ਼ਾਹੀ। ਹਮ ਪਾਤਸ਼ਾਹੀ ਸਤਿਗੁਰ ਦਈ ਔਰ ਪਾਤਸ਼ਾਹ ਕੀ ਹਮ ਚਾਹਤ ਨਹੀਂ। ਹੋਰ ਅਸੀਂ ਪਾਤਸ਼ਾਹੀ ਲੈਣੀ ਨਹੀਂ ਚਾਹੁੰਦੇ,
ਤੇ ਕਲਗੀਧਰ ਨੇ 2 ਜਹਾਨਾਂ ਦੀ ਪਾਤਸ਼ਾਹੀ ਸਾਨੂੰ ਬਖਸ਼ੀ ਹੋਈ ਹੈ। ਇਹੋ ਜਿਹੇ ਬਚਨ ਤਾਂ ਹੀ ਨਿਕਲਦੇ ਨੇ ਮੂੰਹ ਵਿੱਚੋਂ ਜੇ ਗੁਰੂ ਦੀ ਕੋਈ ਅੰਦਰ ਬਖਸ਼ਿਸ਼ ਵਰਤੀ ਹੋਵੇ। ਜੇ ਗੁਰੂ ਨੇ ਕੁਛ ਗੁਰਬਖਸ਼ਿਆ ਨਾਮ ਨਿਧਾਨ ਸਭੋ ਦੁੱਖ ਲੱਥਾ, ਕਹਿਣ ਲੱਗੇ ਜੇ ਫਿਰ ਤੂੰ ਸਾਡਾ ਨਹੀਂ ਬਣੇਗਾ ਤੇ ਅਣਿਆਈ ਮੌਤੇ ਮਾਰ ਦਿੱਤਾ ਜਾਏਗਾ ਤੈਨੂੰ। ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਸਾਰੇ ਹੀ ਮਰਨਾ ਹੈ, ਤੂੰ ਹੀ ਮਰ ਜਾਣਾ ਇੱਕ ਦਿਨ। ਉੱਥੇ ਜਿਹੜਾ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਸੀ ਭਾਈ ਬਾਜ ਸਿੰਘ, ਉਹਦੀ ਸੂਰਮਤਾਈ ਗਤੀ ਦੀ, ਉਹਦੀ ਸੂਰਮਤਾਈ ਦੀ ਵੀ ਬੜੀ ਧਾਕ ਪਈ ਹੋਈ ਸੀ। ਕਹਿਣ ਲੱਗੇ ਉਹ ਕਿੱਥੇ ਗਈ ਤੁਹਾਡੀ ਸੂਰਮਤਾਈ, ਤੁਸੀਂ ਆਪਣੇ ਆਪ ਨੂੰ ਬੜੇ ਸੂਰਮੇ ਸਦਾਉਂਦੇ ਸੋ, ਕਿੱਥੇ ਗਈ ਤੁਹਾਡੀ ਸੂਰਮਤਾਈ। ਜਦੋਂ ਉਸ ਨੂੰ ਵੰਗਾਰਿਆ ਤੇ ਉਹਦੇ ਹੱਥ ਵਿੱਚ ਬੇੜੀਆਂ ਸਨ, ਸੰਗਲ ਵੱਜੇ ਹੋਏ ਸਨ। ਉਹਨੇ ਇੱਕ ਝਟਕੇ ਨਾਲ ਤੋੜ ਦਿੱਤੀਆਂ। ਉੱਥੋਂ ਹੀ ਫੜ ਕੇ ਤੇਗ, ਉਹਨਾਂ ਦੀ ਤੇਗ ਫੜ ਕੇ ਕਤਲੇਆਮ ਕਰ ਦਿੱਤੀ ਉਹਨੇ ਆਖਿਆ ਅਸੀਂ ਬਹਾਦਰ ਹਾਂ, ਅਸੀਂ ਆਹ ਵੇਖ ਸਾਡੀ ਬਹਾਦਰੀ। ਬਾਦਸ਼ਾਹ ਦੇ ਦਰਬਾਰ ਵਿੱਚ ਹੀ ਕਤਲੇਆਮ ਕਰ ਦਿੱਤੀ ਉਸਨੇ, ਵੱਢ ਦਿੱਤੇ ਮੁਸਲਮਾਨ, ਕੱਟੜਪੰਥੀ ਵੱਢ ਕੇ ਪਰਾਂ ਮਾਰੇ। ਫਿਰ ਬੰਦਾ ਸਿੰਘ ਬਹਾਦਰ ਨੇ ਜਦੋਂ ਨਾ ਉਹਨਾਂ ਦਾ ਹੁਕਮ ਹੀ ਮੰਨੀ, ਫਿਰ ਆਖਿਆ ਵੀ ਇਹਨਾਂ ਨੂੰ ਕਤਲ ਕੀਤਾ ਜਾਵੇ, ਰੋਜ਼ ਦਾ 100 ਬੰਦਾ ਵੱਢਿਆ ਜਾਵੇ। ਤੇ ਬਾਦਸ਼ਾਹ ਫਰਖਸ਼ੀਅਰ ਬਹਿੰਦਾ ਹੈ, ਮੂਹੜੇ ਉੱਤੇ ਹੁੱਕਾ ਲੈ ਕੇ ਕੋਲ ਬਹਿੰਦਾ, ਕਹਿੰਦਾ ਮੇਰੇ ਸਾਹਮਣੇ ਵੱਢੋ ਇਹਨਾਂ ਨੂੰ ਸਾਰਿਆਂ ਨੂੰ। 100 ਬੰਦਾ ਵੱਢਿਆ ਜਾਂਦਾ। ਉਹ ਤੁਸੀਂ ਮਾਈ ਦੀ ਕਹਾਣੀ ਵੀ ਸੁਣਦੇ ਹੋਣੇ ਹੋ ਕਿ ਇੱਕ ਮਾਈ ਸੀ ਤੇ ਉਹ ਫਰਿਆਦ ਲੈ ਕੇ ਗਈ ਕਿ ਮੇਰਾ ਇਹ ਪੁੱਤ ਸਿੱਖ ਨਹੀਂ ਆ। ਉਹਨੇ ਆਖਿਆ ਨਹੀਂ। ਸਿੱਖ ਨੇ ਆਖਿਆ ਮੈਂ ਤਾਂ ਸਿੱਖ ਹੀ ਹਾਂ, ਮੇਰੀ ਮਾਂ ਨਹੀਂ ਹੈ। ਚੱਲਦਿਆਂ ਇਹ 7 ਦਿਨ ਕੋਈ ਕਤਲੇਆਮ ਸ਼ਹੀਦੀਆਂ ਪਾਉਂਦੇ ਰਹੇ। 100 ਬੰਦਾ ਰੋਜ਼ ਦਾ, 700 ਬੰਦਾ ਵੱਢਣਾ ਹੈ। ਉਹਨਾਂ ਦਾ ਸੰਸਕਾਰ ਕਿਸ ਨੇ ਕੀਤਾ, ਕੀ ਹੋਇਆ ਉਹਨਾਂ ਦਾ, ਇਹ ਰੱਬ ਜਾਣੇ। ਚੱਲਦਿਆਂ ਅਖੀਰ 'ਤੇ ਫਿਰ ਬੰਦਾ ਸਿੰਘ ਰਹਿ ਗਿਆ। ਜਦੋਂ ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ, ਬੜੇ ਤਸੀਹੇ ਅੱਤ ਦੇ ਦਿੱਤੇ। ਉਹਨੇ ਆਖਿਆ ਅਜੇ ਵੀ ਛੱਡ ਸਕਦੇ। ਉਹਨੇ ਆਖਿਆ ਨਹੀਂ। ਅਖੀਰ 'ਤੇ ਫਿਰ ਉਹਦੀਆਂ ਅੱਖਾਂ ਕੱਢੀਆਂ ਗਈਆਂ, ਉਹਦੀਆਂ ਲੱਤਾਂ ਵੱਢੀਆਂ ਗਈਆਂ, ਬਾਹਾਂ ਵੱਢੀਆਂ ਗਈਆਂ, ਸਿੱਧਾ ਨਹੀਂ, ਫਿਰ ਉਹਦਾ ਧੜ ਵੱਢਿਆ, ਸਿਰ ਵੱਢਿਆ ਗਿਆ। ਅਤੇ ਬੇਬਾਕੀ ਦੇ ਨਾਲ, ਬੇਖੌਫੀ ਦੇ ਨਾਲ ਬੈਠਿਆਂ ਹੋਇਆ, ਏਡੇ ਵੱਡੇ ਜ਼ੁਲਮ ਨੂੰ ਗੁਰੂ ਦੀ ਬਖਸ਼ਿਸ਼ ਦੇ ਨਾਲ ਸਹਾਰਦਿਆਂ ਹੋਇਆਂ ਫਿਰ ਬੰਦਾ ਸਿੰਘ ਬਹਾਦਰ ਸ਼ਹੀਦੀ ਪਾ ਗਿਆ। ਨਾਲ ਪੁੱਤਰ ਵੀ ਸ਼ਹੀਦ ਹੋ ਗਿਆ, ਅਜੇਪਾਲ ਸਿੰਘ। ਅਤੇ ਜਦੋਂ ਉਹਦੀ ਘਰ ਦੀ ਵੀ ਨਾਲ ਗ੍ਰਿਫਤਾਰ ਕੀਤੀ ਸੀ, ਉੱਥੇ ਸੀ, ਰਾਜੇ ਨੇ ਵੱਖਰੀ ਰੱਖੀ ਹੋਈ ਸੀ ਗਿਰਫਤ ਦੇ ਵਿੱਚ। ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਹੁਣ ਮੇਰਾ ਨਾ ਪੁੱਤਰ ਰਿਹਾ ਨਾ ਪਤੀ ਰਿਹਾ, ਇਹ ਹੁਣ ਜ਼ਾਲਮ ਮੇਰੇ 'ਤੇ ਵੀ ਕੋਈ ਜ਼ੁਲਮ ਕਰਨਗੇ, ਮੇਰਾ ਧਰਮ ਖਤਮ ਕਰਨਗੇ। ਕਹਿੰਦੇ ਫਿਰ ਉਹ ਵੀ ਸ਼ਹੀਦੀ ਪ੍ਰਾਪਤ ਕਰਕੇ, ਕਹਿੰਦੇ ਪੱਥਰ ਨਾਲ ਸਿਰ ਮਾਰ ਕੇ ਉਹ ਵੀ ਫਿਰ ਆਪ ਸ਼ਹੀਦੀ ਪ੍ਰਾਪਤ ਕਰ ਗਏ। ਇਹ ਸੀ ਗੁਰੂ ਦੀਆਂ ਬਖਸ਼ਾਂ ਜਿਹੜਾ ਬੰਦਾ ਸਿੰਘ ਬਹਾਦਰ ਉੱਥੇ ਵਰਤੀਆਂ। ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ। ਵੱਡਾ ਜ਼ੁਲਮ ਇਸ ਸਿੱਖ ਕੌਮ ਨੇ ਆਪਣੇ ਪਿੰਡੇ ਉੱਤੇ ਸਹਾਰਿਆ। 70 ਸਾਲ ਜੰਗਲਾਂ ਬੇਲਿਆਂ 'ਚ ਰਹਿ ਕੇ ਜ਼ਿੰਦਗੀ ਗੁਜ਼ਾਰੀ ਆ। ਫਿਰ ਉਦੋਂ ਬਾਅਦਾਂ ਫਿਰ ਸਿੱਖ ਮਿਸ਼ਲਾਂ ਦੇ ਰੂਪ ਵਿੱਚ ਪ੍ਰਗਟ ਹੋਏ ਨੇ। ਫਿਰ ਖਾਲਸਾ ਰਾਜ ਕਾਇਮ ਕੀਤਾ 100 ਸਾਲ ਮਿਹਨਤ ਕਰਕੇ, ਅਤੇ ਰਾਜ ਨੂੰ ਸਹੀ ਤਰੀਕੇ ਨਾਲ ਨਾ ਚਲਾਇਆ। ਫਿਰ ਜਿਸ ਦਿਨ ਰਣਜੀਤ ਸਿੰਘ ਮਰ ਗਿਆ, ਉਸੇ ਦਿਨ ਰਾਜ ਤਹਿਸ ਨਹਿਸ ਹੋ ਗਿਆ। ਰਾਜ ਤੇ ਕਰ ਲਿਆ ਪਰ ਰਾਜ ਪ੍ਰਾਪਤ ਤੇ ਕਰ ਲਿਆ, ਪਰ ਰਾਜ ਕਿਵੇਂ ਕਰਨਾ ਇਹ ਉਹਨਾਂ ਕੋਲ ਤਰੀਕਾ ਨਹੀਂ ਅਪਣਾਇਆ ਗਿਆ, ਜਾਂ ਕੀ ਹੋਇਆ ਰੱਬ ਜਾਣੇ। ਹੁਣ ਖੈਰ ਕਰੇ ਰੱਬ ਸੱਚੇ ਪਾਤਸ਼ਾਹ, ਰਹਿਮਤਾਂ ਕਰਨ, ਬਖਸ਼ਣ ਕਰਨ। ਐਸੇ ਸ਼ਹੀਦਾਂ ਨੂੰ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।